जमात 9वीं ਚੱਕਰ। ਬੱਚੋ ਤੁਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਕਈ ਵਸਤੂਆਂ ਦੇ ਸੰਪਰਕ ਵਿੱਚ ਆਏ ਹੋਵੋਗੇ ਜਿਨ੍ਹਾਂ ਦਾ ਆਕਾਰ ਗੋਲ ਹੋਵੇ, ਜਿਵੇਂ ਕਿਸੇ ਗੱਡੀ ਦਾ ਪਹੀਆ, ਵੰਗਾਂ, ਘੜੀਆਂ ਦੇ ਡਾਇਲ, ਕੋਈ ਸਿੱਕੇ, ਚਾਬੀਆਂ ਦੇ ਛੱਲੇ, ਕਮੀਜ਼ ਦੇ ਬਟਨ। ਬੱਚਿਓ ਇਸ ਅਧਿਆਇ ਵਿੱਚ ਤੁਸੀਂ ਚੱਕਰ, ਇਸ ਨਾਲ ਸੰਬੰਧਿਤ ਪਦ ਅਤੇ ਚੱਕਰ ਦੇ ਕੁਝ ਗੁਣਾਂ ਬਾਰੇ ਅਧਿਐਨ ਕਰੋਗੇ। ਇੱਕ ਤਲ ਤੇ ਉਹਨਾਂ ਸਾਰੇ ਬਿੰਦੂਆਂ ਦਾ ਸਮੂਹ ਜੋ ਤਲ ਦੇ ਇੱਕ ਸਥਿਰ ਬਿੰਦੂ ਤੋਂ ਇੱਕ ਸਥਿਰ ਦੂਰੀ ਤੇ ਹੋਣ ਇੱਕ ਚੱਕਰ ਕਹਾਉਂਦਾ ਹੈ। ਸਥਿਰ ਬਿੰਦੂ ਨੂੰ ਚੱਕਰ ਦਾ ਕੇਂਦਰ ਜਾਂ ਸੈਂਟਰ ਕਹਿੰਦੇ ਹਨ। ਸਥਿਰ ਦੂਰੀ ਨੂੰ ਚੱਕਰ ਦਾ ਅਰਧ ਵਿਆਸ ਜਾਂ ਰੇਡੀਅਸ ਕਹਿੰਦੇ ਹਨ। ਦਿੱਤੇ ਚਿੱਤਰ ਵਿੱਚ O ਚੱਕਰ ਦਾ ਕੇਂਦਰ ਹੈ ਅਤੇ ਲੰਬਾਈ OP ਚੱਕਰ ਦਾ ਅਰਧ ਵਿਆਸ ਹੈ। ਇੱਕ ਚੱਕਰ ਉਸ ਤਲ ਨੂੰ ਜਿਸ ਵਿੱਚ ਉਹ ਸਥਿਤ ਹੈ 3 ਭਾਗਾਂ ਵਿੱਚ ਵੰਡਦਾ ਹੈ। ਇਹ ਹਨ ਚੱਕਰ ਦੇ ਅੰਦਰਲਾ ਭਾਗ, ਜਿਸ ਨੂੰ ਚੱਕਰ ਦਾ ਭਾਗ ਜਾਂ ਇੰਟੀਰੀਅਰ ਵੀ ਕਹਿੰਦੇ ਹਨ। ਦੂਸਰਾ ਹੈ ਚੱਕਰ ਅਤੇ ਤੀਸਰਾ ਹੈ ਚੱਕਰ ਦਾ ਬਾਹਰੀ ਭਾਗ ਜਾਂ ਐਕਸਟੀਰੀਅਰ। ਚੱਕਰ ਅਤੇ ਚੱਕਰ ਦਾ ਅੰਦਰਲਾ ਭਾਗ ਮਿਲ ਕੇ ਚੱਕਰੀ ਖੇਤਰ ਸਰਕੂਲਰ ਰੀਜਨ ਬਣਾਉਂਦੇ ਹਨ। ਜੇਕਰ ਇੱਕ ਚੱਕਰ ਉੱਤੇ ਦੋ ਬਿੰਦੂ P ਅਤੇ Q ਲਈਏ ਤਾਂ ਰੇਖਾਖੰਡ PQ ਚੱਕਰ ਦੀ ਇੱਕ ਜੀਵਾ ਕਹਾਉਂਦਾ ਹੈ। ਉਸ ਜੀਵਾ ਨੂੰ ਜਿਹੜੀ ਚੱਕਰ ਦੇ ਕੇਂਦਰ ਵਿੱਚੋਂ ਹੋ ਕੇ ਲੰਘਦੀ ਹੈ ਚੱਕਰ ਦਾ ਵਿਆਸ ਕਹਿੰਦੇ ਹਨ। ਦੋ ਬਿੰਦੂਆਂ ਦੇ ਵਿੱਚ ਦੇ ਚੱਕਰ ਦੇ ਭਾਗ ਨੂੰ ਇੱਕ ਚਾਪ ਜਾਂ ਆਰਕ ਕਹਿੰਦੇ ਹਨ। ਤੁਸੀਂ ਦੇਖੋਗੇ ਕਿ ਦੋਨਾਂ ਭਾਗਾਂ ਵਿੱਚੋਂ ਇੱਕ ਵੱਡਾ ਭਾਗ ਹੈ ਅਤੇ ਇੱਕ ਛੋਟਾ। ਵੱਡੇ ਭਾਗ ਨੂੰ ਦੀਰਘ ਚਾਪ ਜਾਂ ਮੇਜਰ ਆਰਕ ਅਤੇ ਛੋਟੇ ਭਾਗ ਨੂੰ ਲਘੂ ਚਾਪ ਜਾਂ ਮਾਈਨਰ ਆਰਕ ਕਹਿੰਦੇ ਹਨ। ਜਦੋਂ ਦੋਨੋਂ ਬਿੰਦੂ P ਅਤੇ Q ਇੱਕ ਵਿਆਸ ਦੇ ਸਿਰੇ ਹੋਣ ਤਾਂ ਦੋਨੋਂ ਚਾਪਾਂ ਬਰਾਬਰ ਹੁੰਦੀਆਂ ਹਨ ਅਤੇ ਹਰੇਕ ਚਾਪ ਨੂੰ ਅਰਧ ਚੱਕਰ ਕਹਿੰਦੇ ਹਨ। ਪੂਰੇ ਚੱਕਰ ਦੀ ਲੰਬਾਈ ਨੂੰ ਉਸ ਦਾ ਪਰਿਮਾਪ ਜਾਂ ਸਰਕਮਫਰੈਂਸ ਕਹਿੰਦੇ ਹਨ। ਜੀਵਾ ਅਤੇ ਹਰੇਕ ਚਾਪ ਦੇ ਵਿਚਲੇ ਖੇਤਰ ਨੂੰ ਚੱਕਰੀ ਖੇਤਰ ਦਾ ਖੰਡ ਜਾਂ ਸਰਲ ਸ਼ਬਦਾਂ ਵਿੱਚ ਚੱਕਰੀ ਖੰਡ ਕਹਿੰਦੇ ਹਨ। ਤੁਸੀਂ ਦੇਖੋਗੇ ਕਿ ਦੋ ਤਰ੍ਹਾਂ ਦੇ ਚੱਕਰ ਖੰਡ ਹੁੰਦੇ ਹਨ। ਇੱਕ ਹੈ ਦੀਰਘ ਚੱਕਰ ਖੰਡ ਮੇਜਰ ਸੈਗਮੈਂਟ ਅਤੇ ਇੱਕ ਹੈ ਲਘੂ ਚੱਕਰ ਖੰਡ ਮਾਈਨਰ ਸੈਗਮੈਂਟ। ਕੇਂਦਰ ਨੂੰ ਇੱਕ ਚਾਪ ਦੇ ਸਿਰਿਆਂ ਨਾਲ ਮਿਲਾਉਣ ਵਾਲੇ ਅਰਧ ਵਿਆਸਾਂ ਅਤੇ ਚਾਪ ਦੇ ਵਿੱਚ ਦੇ ਖੇਤਰ ਨੂੰ ਅਰਧ ਵਿਆਸੀ ਖੰਡ ਜਾਂ ਸੈਕਟਰ ਕਹਿੰਦੇ ਹਨ। ਚੱਕਰ ਖੰਡ ਦੀ ਤਰ੍ਹਾਂ ਇਸ ਵਿੱਚ ਵੀ ਲਘੂ ਅਰਧ ਵਿਆਸੀ ਖੰਡ ਅਤੇ ਦੀਰਘ ਅਰਧ ਵਿਆਸੀ ਖੰਡ। ਚੱਕਰ ਖੰਡ ਦੀ ਤਰ੍ਹਾਂ ਤੁਸੀਂ ਦੇਖੋ ਕਿ ਲਘੂ ਚਾਪ ਲਘੂ ਅਰਧ ਵਿਆਸੀ ਖੰਡ ਦੇ ਅਤੇ ਦੀਰਘ ਚਾਪ ਦੀਰਘ ਅਰਧ ਵਿਆਸੀ ਖੰਡ ਦੇ ਸੰਗਤ ਹੈ। ਬੱਚਿਓ ਇੱਕ ਚੱਕਰ ਲਓ, ਕਿੰਨੇ ਵੀ ਅਰਧ ਵਿਆਸ ਦਾ ਇੱਕ ਚੱਕਰ ਕੱਟ ਲਓ ਜਿਵੇਂ ਕਿ ਤੁਹਾਨੂੰ ਦਿਖਾਇਆ ਗਿਆ ਹੈ। ਇਸ ਉੱਪਰ ਦੋ ਬਿੰਦੂ A ਅਤੇ B ਲਵੋ। ਇਹਨਾਂ ਦੋਨਾਂ ਬਿੰਦੂਆਂ ਨੂੰ ਆਪਸ ਵਿੱਚ ਮਿਲਾ ਲਓ ਤਾਂ ਆਪਣੇ ਪਾਸ ਕੀ ਬਣ ਜਾਏਗਾ, ਇਸ ਚੱਕਰ ਦਾ ਦੀ ਜੀਵਾ। ਚੱਕਰ ਦਾ ਕੇਂਦਰ ਆਪਣੇ ਕੋਲ O ਹੈ ਅਤੇ AB ਜੀਵਾ ਹੈ। ਹੁਣ ਆਪਾਂ O ਤੋਂ ਚੱਕਰ ਨੂੰ ਇਸ ਤਰ੍ਹਾਂ ਮੋੜਨਾ ਹੈ ਕਿ A ਅਤੇ B ਆਪਸ ਵਿੱਚ ਮਿਲ ਜਾਣ। A ਅਤੇ B ਬਿੰਦੂਆਂ ਨੂੰ ਮਿਲਾਉਣਾ ਹੈ ਬਿੰਦੂ O ਵਿੱਚੋਂ।
देखो इत्थे ए ਅਤੇ बी आपस मिल रहे हैं ਤਾਂ इस तरह ਜਿਹੜਾ ਇਹ ਨਿਸ਼ਾਨ ਆ ਗਿਆ ਹੈ ਇਹ ए बी जीवा ਦੇ ਉੱਪਰ ਲੰਬ ਹੈ ਅਤੇ ਇਸ ਨੂੰ ਇੱਕ ਬਿੰਦੂ M ਤੇ ਕੱਟਦਾ ਹੈ। ਆਪਾਂ ਇਸ ਨੂੰ ਮਾਪ ਕੇ ਦੇਖਦੇ ਹਾਂ। ए बी अपने ਕੋਲ ਆ ਰਿਹਾ ਹੈ 5.5 ਅਤੇ ਇਸੇ ਤਰ੍ਹਾਂ M भी आ ਰਿਹਾ ਹੈ 5.5। ਇਸ ਤੋਂ ਸਿੱਧ ਹੁੰਦਾ ਹੈ ਕਿ ਇੱਕ ਚੱਕਰ ਦੇ ਕੇਂਦਰ ਤੋਂ ਇੱਕ ਜੀਵਾ ਤੇ ਖਿੱਚਿਆ ਲੰਬ ਜੀਵਾ ਨੂੰ ਸਮਦੋਭਾਜਿਤ ਕਰਦਾ ਹੈ। ਬੱਚਿਓ ਕਿਸੇ ਵੀ ਅਰਧਵਿਆਸ ਦਾ ਇੱਕ ਚੱਕਰ ਲੈ ਲਓ, ਉਸ ਉੱਪਰ ਦੋ ਬਿੰਦੂ A ਅਤੇ B ਲਵੋ, ਇਹਨਾਂ ਦੋਨਾਂ ਨੂੰ ਆਪਸ ਵਿੱਚ ਮਿਲਾ ਲਓ। ਇਹ AB ਰੇਖਾਖੰਡ ਇਸ ਚੱਕਰ ਦੀ ਜੀਵਾ ਹੋ ਗਈ ਹੈ। ਇਸ ਦੇ ਨਾਲ ਚੱਕਰ ਉੱਪਰ ਦੋ ਖੰਡ ਬਣ ਗਏ ਹਨ। मैं इसनू मोड़ के दिखानी हाँ। ए बी तो मैंने इसनू मोड़ दिता ता इस तो चक्कर दे ऊपर दो खंड बन गए हैं। तुसी देख रहे हो एक छोटा है एक बड़ा है, तो ए नू आपां कहांगे लघु चक्कर खंड और बड़े वाले नू कहांगे दीर्घ चक्कर खंड। हुण आपां दीर्घ चक्कर खंड दे ऊपर एक बिंदु P लिया, मैं A अते P नू मिला दिता। इस नू भी मैं मोड़ दिता जिवें तुसी देख रहे हो। उसी तरह P B नू मिलाओ, अते इस नू भी मोड़ लो। तां अपने कोल A P B ਚੱਕਰ ਖੰਡ ਉੱਪਰ ਇੱਕ ਕੋਣ ਬਣ ਗਿਆ ਹੈ। ਉਸੇ ਤਰ੍ਹਾਂ ਮੈਂ ਇਸ ਦੇ ਉੱਪਰ ਇੱਕ ਹੋਰ ਬਿੰਦੂ Q ਲੈਣੀ ਹਾਂ। ਇਸੇ ਤਰ੍ਹਾਂ AQ ਨੂੰ ਮਿਲਾਇਆ ਅਤੇ BQ ਨੂੰ ਮਿਲਾਇਆ। ਹੁਣ ਆਪਾਂ ਇਹਨਾਂ ਨੂੰ ਵੀ ਮੋੜ ਲੈਣੇ ਹਾਂ। एक और कागज लैके इस नू PA रेखा ते रखो अते PB रेखा खंड तो इस नू मोड़ लो। तो इस तरह जो ये कोण बन गया है, ये अपने कोल कोण P बन गया है। ਤੁਸੀਂ देख रहे हो कि इत्थे कोण P बन गया है। हुण जेकर मैं इसनू कोण Q ऊपर रखूंगी तो इसनू यह पूरा पूरा ढक लैंदा है। इस तो पता लगता है कि कोण P बराबर है कोण Q। इसे तरह जे मैं कोई होर बिंदु R लवां, इसनू भी आपां मिला के A R B दीर्घ चक्कर खंड ते एक कोण बना लीए। ਹੁਣ ਆਪਾਂ ਇਸ ਕੋਣ ਨੂੰ ਇਸ ਦੇ ਉੱਪਰ ਰੱਖ ਕੇ ਦੇਖਦੇ ਹਾਂ। ਇੱਕ ਕੋਣ R ਬਣਾ ਕੇ ਇਸ ਦੇ ਉੱਪਰ ਇਹ ਰੱਖਦੇ ਹਾਂ ਤਾਂ ਇਹ ਵੀ ਇਸ ਨੂੰ ਪੂਰਾ ਪੂਰਾ ਢੱਕ ਲੈਂਦਾ ਹੈ। ਤਾਂ ਇਸ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਕੋਣ A P कोण A P B बराबर है कोण A Q B बराबर है कोण A R B। मतलब एक जीवा A B तो ਚੱਕਰ ਖੰਡ ਉੱਪਰ ਬਣੇ ਕੋਣਾਂ ਦਾ ਮਾਪ ਬਰਾਬਰ ਹੁੰਦਾ ਹੈ। ਇੱਕ ਹੀ ਚੱਕਰ ਖੰਡ ਉੱਪਰ ਬਣੇ ਕੋਣ ਆਪਸ ਵਿੱਚ ਬਰਾਬਰ ਹੁੰਦੇ ਹਨ।
ਬੱਚਿਓ ਕਿਸੇ ਵੀ ਮਾਪ ਦਾ ਅਰਧ ਵਿਆਸ ਲੈ ਕੇ ਇੱਕ ਚੱਕਰ ਕੱਟੋ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੈਂ ਇੱਕ ਚੱਕਰ ਕੱਟਿਆ ਹੈ। ਇਸ ਉੱਪਰ ਮੈਂ ਦੋ ਬਿੰਦੂ P ਅਤੇ Q ਲਿੱਤੇ ਹਨ ਅਤੇ ਇਹਨਾਂ ਨੂੰ ਮਿਲਾ ਦਿੱਤਾ। ਇਸ ਨੂੰ ਮੈਂ ਇਸ ਦੇ ਅਰਧ ਵਿਆਸ O ਨਾਲ ਮਿਲਾ ਦਿੰਦੀ ਹਾਂ। O P ਨੂੰ ਆਪਸ ਵਿੱਚ ਮਿਲਾਓ, O Q ਨੂੰ ਆਪਸ ਵਿੱਚ ਮਿਲਾਓ। तो इस तरह POQ केंद्र ते बनिया कोण है। हुण मैं इस चक्कर उपर किते भी एक बिंदु A लिनी हाँ। PA नू आपस विच मिलाओ अते AQ नू आपस विच मिलाओ। इस तरह अपने कोल PAQ चक्कर दे किसी होर हिस्से ते बनिया कोण है। आपां PA नू मोड़दे हां अते AQ नू भी मोड़दे हां। इस तरह हुण उसे तरह OQ अते OP नू मोड़ लो। हुण मैं कागज नू लैके OP उपर रखिया अते इस नू OQ तो मोड़ लिया। तो बच्चों जो अपने को यह कोण आया है, ये कोण अपने कोल कोण O आ गया है। मैं इसनू इत्थों कट लूनी हाँ। अपने पास एक कोण POQ आ गया है। हुण जे मैं इसनू मोड़ के इसनू अद्धा कर लवां अते कोण A उपर रख लवां तां तुसी देखोगे कि यह इसनू पूरा पूरा ढक रहा है। ये कोण अपने कोल आ गया है A। बच्चों आपां क्या कीता सी, कोण O नू कट लिया, कोण POQ नू कट लिया, उस नू आपां ने मोड़ के अद्धा कर लिता अते कोण A उपर रखिया तां इसनू पूरा पूरा ढकदा है। इस तो पता लगता है कि किसे चाप द्वारा केंद्र ते बनिया कोण उससे चाप द्वारा चक्कर दी दे किसे होर बिंदु ते बने कोण तो दुगना हुंदा है। क्योंकि कोण A अद्धा सी, कोण O उस तो दुगना है। तो इस तरह केंद्र ते बनिया कोण किसी होर हिस्से ते बने कोण तो दुगना हुंदा है। तुसी इसनू इस चक्कर उपर कोई होर बिंदु B, बिंदु C आदि लैके भी हल कर सकते हो। बच्चों कोई भी अर्ध व्यास से एक चक्कर लगो। इसका केंद्र O है। इस ऊपर मैं एक जीवा किसी भी माप दी मैं लिखती है 12 सेंटीमीटर दी। कोई भी माप दी जीवा लिखती है AB। इन्नी ही माप दी मैं एक होर जीवा लिखनी हाँ, ये मैं लिखती सी 12 सेंटीमीटर। तुसी जिन्नी मर्जी लेके देख सकते हो। इन्नी ही माप दी एक होर जीवा ले ली, उसनू नाम देवांगे आपां CD। हुण इन्हां जीवां तो केंद्र O तो लंब खिंचना है। लंब खिंचना आपां सिੱਖਿਆ ਸੀ कि A ਅਤੇ B ਨੂੰ ਮੋੜ ਕੇ केंद्र B तो मोड़ देना है। A ਅਤੇ B ਨੂੰ मिला के केंद्र B O तो मोड़ देना है।
तो इस तरह ये रेखाखंड जीवा ए बी दा लंब है। ओ तो सी डी उपर लंब खिंचण लई सी डी ਨੂੰ ਆਪਸ ਵਿੱਚ ਮਿਲਾਣਾ ਹੈ ਅਤੇ O ਤੋਂ ਉਸ ਨੂੰ ਮੋੜਨਾ ਹੈ। इस तरह जो ये रेखाखंड बनया है ये बिंदु यह जीवा सी ਅਤੇ B ਉੱਪਰ लंब है। A ਅਤੇ B ਦੇ ਲੰਬ ਨੂੰ ਮੈਂ O M ਲਿਖਦੀ ਹਾਂ ਅਤੇ C ਅਤੇ D ਦੇ ਲੰਬ ਨੂੰ O N ਲਿਖਦੀ ਹਾਂ। ਹੁਣ ਆਪਾਂ O M ਨੂੰ ਮਿਲਾਨ ਦਾ ਮਾਪ ਪਤਾ ਕਰਦੇ ਹਾਂ। O M ਆਪਣੇ ਕੋਲ 8 सेंटीमीटर आ रही है ਅਤੇ ਇਸੇ ਤਰ੍ਹਾਂ ਆਪਾਂ ON ਨੂੰ ਦਾ ਮਾਪ ਦੇਖਦੇ ਹਾਂ। ਇਹ ਵੀ ਆਪਣੇ ਕੋਲ 8 सेंटीमीटर ਆ ਰਹੀ ਹੈ। ਇਸ ਤੋਂ ਆਪਾਂ ਦੇਖ ਸਕਦੇ ਹਾਂ ਕਿ ਬਰਾਬਰ ਜੀਵਾਵਾਂ ਕੇਂਦਰ ਤੋਂ ਬਰਾਬਰ ਦੂਰੀ ਤੇ ਹੁੰਦੀਆਂ ਹਨ ਜਾਂ ਇਸ ਦਾ ਉਲਟ ਵੀ ਸਹੀ ਹੈ। ਕੇਂਦਰ ਤੋਂ ਬਰਾਬਰ ਦੂਰੀ ਤੇ ਖਿੱਚੀਆਂ ਗਈਆਂ ਜੀਵਾਵਾਂ ਆਪਸ ਵਿੱਚ ਬਰਾਬਰ ਹੁੰਦੀਆਂ ਹਨ। बच्चों किसी भी माप का अर्धव्यास लेके एक चक्कर बनाओ। इस चक्कर का केंद्र O है। इस उपर मैं बराबर बराबर माप दियां दो जीवावां लेनी हाँ। एक जीवा मैं लिखती है A B, ये मैं लिखती है 12 सेंटीमीटर। इसे तरह किते भी होर इन्ने ही सेंटीमीटर दी खोर जीवा लवो। मैं लेती है C अते D, ये भी अपने कोल है 12 सेंटीमीटर। O A नू मिलाओ, O B नू मिलाओ। इस तरह एक कोण A O B बन गया है। उसी तरह O नू C नाल मिलाओ, D नू O नाल मिलाओ तो आ भी अपने कोल कोण COD बन गया है। ਆਪਾਂ ਇਹਨਾਂ ਦੋਨਾਂ ਦੇ ਕੋਣਾਂ ਨੂੰ ਮਾਪ ਕੇ ਦੇਖਦੇ ਹਾਂ। ਮਾਪਨ ਤੇ ਆਪਣੇ ਕੋਲ कोण DOC 70 डिग्री आ रहा है। हुण आपां कोण AOB नूं मापदे हां। तुसीं देखोगे कि ये भी कोण 70 डिग्री है। तो इस तो आपां कह सकते हां कि एक चक्कर दियां बराबर जीवावां केंद्र ते बराबर कोण बनांदियां हन। इसका उल्ट भी सही है कि केंद्र ते बराबर कोण बनाउण वालियां जीवावां आपस विच माप विच बराबर हुंदियां हन। बच्चों आपां चक्कर दे कोई क्रियावां करन लगे हां। किन्ने भी अर्धव्यास दा दी प्रकार खोल के एक चक्कर कट्टो। मैं इत्थे एक चक्कर कट लिया है। इस चक्कर दे आपां ने 4 बिंदु लेने हैं। 1 2 3 4। तुसी भी अपने कॉपी ते इस तरह बना के कट लेना। इस ते मैंने नाम लिख लिया है A B C D। हुण अपने कोल A B C D एक चक्री चतुर्भुज बन गया है। मैं इसी तरह का एक होर चतुर्भुज कट लिया है क्योंकि मैं इसनूं इस ते सामने वाले कोण A ਅਤੇ ਕੋਣ C ਨੂੰ ਕੱਟਾਂਗੀ। तो ਆਪਾਂ ਇੱਥੇ ਕੋਣ A ਅਤੇ ਕੋਣ C ਨੂੰ ਕੱਟਦੇ ਹਾਂ। ਕੋਣ A ਅਤੇ ਕੋਣ C ਚੱਕਰੀ ਚਤੁਰਭੁਜ ਦੇ ਸਮੁੱਖ ਕੋਣ ਹਨ। ਇਹਨਾਂ ਨੂੰ ਕੱਟ ਕੇ मैं एक D उपर इन्हां नूं रखदी हां। कोण A
ਅਤੇ ਕੋਣ ਸੀ। ਬੱਚਿਓ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਰੇਖਾ ਦੇ ਉੱਪਰ ਬਣੇ ਕੋਣ ਹਨ, ਯਾਨੀ ਕਿ ਇਹ ਦੋਨੋਂ 180 ਡਿਗਰੀ ਦਿਖਾ ਰਹੇ ਹਨ, ਯਾਨੀ ਕਿ ਕੋਣ A ਅਤੇ ਕੋਣ C ਦਾ ਜੋੜ 180 ਡਿਗਰੀ ਆ ਰਿਹਾ ਹੈ। ਕੋਣ A ਅਤੇ ਕੋਣ C ਦਾ ਜੋੜ ਆਪਣੇ ਕੋਲ ਆ ਰਿਹਾ ਹੈ 180 ਡਿਗਰੀ। ਹੁਣ ਇਸੇ ਤਰ੍ਹਾਂ ਆਪਾਂ ਕੋਣ B ਅਤੇ D ਨੂੰ ਕੱਟਦੇ ਹਾਂ। ਇਸ ਨੂੰ ਵੀ ਆਪਾਂ ਇੱਕ D ਦੇ ਉੱਪਰ ਰੱਖ ਕੇ ਦੇਖਾਂਗੇ ਕਿ ਇਹਨਾਂ ਦੋਨਾਂ ਕੋਣਾਂ ਦਾ ਜੋੜ ਕਿੰਨਾ ਬਣਦਾ ਹੈ। देखो बच्चों ये भी नीचों तो एक सरल रेखा बना रहे हैं, यानी कि इत्थे भी कोण D ਅਤੇ कोण P ਦਾ ਜੋੜ 180 डिग्री आ रहा है। कोण D जमा कोण D बराबर 180 डिग्री। ਆਪਾਂ ਨੇ ਇੱਕ ਚੱਕਰੀ ਚਤੁਰਭੁਜ ਲਿੱਤਾ ਸੀ, ਇਹਨਾਂ ਦੇ ਸਾਹਮਣੇ ਵਾਲੇ ਕੋਣਾਂ ਦਾ ਜੋੜ 180 डिग्री ਲਿੱਤਾ ਸੀ ਅਤੇ ਇਸ ਤੋਂ ਆਪਾਂ ਸਿੱਧ ਕਰਦੇ ਹਾਂ ਕਿ ਚੱਕਰੀ ਚਤੁਰਭੁਜ ਦੇ ਸਮੁੱਖ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ।